ਲੋੜੀਂਦੀ ਸਮਰੱਥਾ ਅਤੇ ਵੋਲਟੇਜ ਰੇਟਿੰਗ ਲਈ ਕੈਪੈਸੀਟਰਾਂ ਦਾ ਸਮੂਹ। ਸਤਿ ਸ਼੍ਰੀ ਅਕਾਲ। ਇਸ ਵੀਡੀਓ ਸੈਸ਼ਨ ਵਿੱਚ ਆਓ ਲੋੜੀਂਦੀ ਸਮਰੱਥਾ ਅਤੇ ਵੋਲਟੇਜ ਰੇਟਿੰਗ ਲਈ ਕੈਪੈਸੀਟਰਾਂ ਦਾ ਸਮੂਹ ਕਰੀਏ। ਉਦੇਸ਼: ਇਸ ਵੀਡੀਓ ਦੇ ਅੰਤ ਵਿੱਚ ਤੁਸੀਂ ਕੈਪੈਸੀਟਰਾਂ ਨੂੰ ਇਸ ਵਿੱਚ ਜੋੜਨ ਦੇ ਯੋਗ ਹੋਵੋਗੇ। ਲੜੀ, ਸਮਾਨਾਂਤਰ, ਲੜੀ ਦੇ ਸਮਾਨਾਂਤਰ ਸੰਯੋਗ। ਆਓ ਅਸੀਂ ਕੈਪੈਸੀਟਰਾਂ ਦੇ ਲੜੀਵਾਰ ਕਨੈਕਸ਼ਨ ਦੀ ਚਰਚਾ ਕਰੀਏ। ਜਦੋਂ ਕੈਪੈਸੀਟਰ ਇੱਕ ਤੋਂ ਬਾਅਦ ਇੱਕ ਜੁੜੇ ਹੁੰਦੇ ਹਨ ਤਾਂ ਇਸ ਨੂੰ ਲੜੀਵਾਰ ਸਰਕਿਟ ਕਿਹਾ ਜਾਂਦਾ ਹੈ। ਦਿੱਤੇ ਸਰਕਿਟ ਵਿੱਚ ਕੈਪੈਸੀਟਰ ਦੇ ਸੱਜੇ ਹੱਥ ਦੀ ਪਲੇਟ ਦੇ ਉੱਪਰ C1 ਖੱਬੇ ਹੱਥ ਦੀ ਪਲੇਟ ਨਾਲ ਜੁੜਿਆ ਹੋਇਆ ਹੈ ਅਤੇ C2 ਜਿਸ ਦਾ ਸੱਜੇ ਹੱਥ ਦੀ ਪਲੇਟ ਤੀਜੇ ਕੈਪੈਸੀਟਰ ਦੇ ਖੱਬੇ ਹੱਥ ਦੀ ਪਲੇਟ C3 ਨਾਲ ਜੁੜੀ ਹੋਈ ਹੈ। ਇੱਕ ਪੋਲਰਾਈਜ਼ਡ ਕੈਪੈਸੀਟਰ ਦੇ ਮਾਮਲੇ ਵਿੱਚ ਇਹ ਸਹੀ ਪੋਲੈਰਿਟੀ ਨਾਲ ਸਹੀ ਢੰਗ ਨਾਲ ਜੁੜਿਆ ਹੋਣਾ ਚਾਹੀਦਾ ਹੈ, ਜਿਵੇਂ ਕਿ C1 ਦਾ ਨੈਗੇਟਿਵ ਟਰਮੀਨਲ C2 ਦੇ ਸਕਾਰਾਤਮਕ ਟਰਮੀਨਲ ਨਾਲ ਜੁੜਿਆ ਹੋਇਆ ਹੈ। C2 ਦਾ ਨੈਗੇਟਿਵ ਟਰਮੀਨਲ C3 ਦੇ ਸਕਾਰਾਤਮਕ ਟਰਮੀਨਲ ਨਾਲ ਜੁੜਿਆ ਹੋਇਆ ਹੈ। ਅਤੇ ਇਸ ਤਰ੍ਹਾਂ ਨਾਲ ਪੋਲਰਾਈਜ਼ਡ ਕੈਪੈਸੀਟਰਾਂ ਦੇ ਮਾਮਲੇ ਵਿੱਚ ਤੁਸੀਂ ਇਸ ਨੂੰ ਕਿਸੇ ਵੀ ਪਾਸੇ ਤੋਂ ਲੜੀ ਨਾਲ ਜੋੜ ਸਕਦੇ ਹੋ, ਕਿਉਂਕਿ ਇਹਨਾਂ ਕੈਪੈਸੀਟਰਾਂ, ਜਿਵੇਂ ਕਿ ਅਸੀਂ ਪਹਿਲਾਂ ਚਰਚਾ ਕੀਤੀ ਸੀ, ਇੱਕ ਲੜੀਵਾਰ ਸਰਕਿਟ ਵਿੱਚ ਕਰੰਟ ਇੱਕੋ ਜਿਹਾ ਰਹਿੰਦਾ ਹੈ, ਜਦੋਂ ਕਿ ਇੱਕ ਲੜੀ ਨਾਲ ਜੁੜੇ ਕੈਪੈਸੀਟਰ ਵਿੱਚ ਚਾਰਜ Q ਉਹੀ ਰਹਿੰਦਾ ਹੈ। ਫੈਰਾਡ ਸਮਰੱਥਾ ਦੀ ਇੱਕ ਬਹੁਤ ਵੱਡੀ ਇਕਾਈ ਹੈ। ਜ਼ਿਆਦਾਤਰ ਇਲੈਕਟ੍ਰੋਨਿਕ ਅਤੇ ਇਲੈਕਟ੍ਰਿਕ ਉਪਕਰਨਾਂ ਵਿੱਚ ਫੈਰਾਡ ਮੁੱਲਾਂ ਵਾਲੇ ਕੈਪੈਸੀਟਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜ਼ਿਆਦਾਤਰ ਕੈਪੈਸੀਟਰਾਂ ਨੂੰ ਆਮ ਤੌਰ 'ਤੇ ਮਾਈਕਰੋਫੈਰੇਡਸ MF, ਮਾਈਕਰੋਫੈਰੇਡਸ MF ਅਤੇ ਨੈਨੋਫੈਰੇਡਸ NF ਵਿੱਚ ਦਰਜਾ ਦਿੱਤਾ ਜਾਂਦਾ ਹੈ। ਇੱਕ ਮਾਈਕਰੋਫੈਰਡ ਇਜ਼ ਇਕੁਅਲ ਟੂ 10 ਦੀ ਪਾਵਰ -3 ਫੈਰਡ ਇਜ਼ ਇਕੁਅਲ ਟੂ 0.001 F। ਇੱਕ ਮਾਈਕਰੋਫੈਰਡ ਇਜ਼ ਇਕੁਅਲ ਟੂ 10 ਦੀ ਪਾਵਰ -6 F ਇਕੁਅਲ ਟੂ 0.00001 F। ਇੱਕ ਨੈਨੋਫੈਰਡ ਇਜ਼ ਇਕੁਅਲ ਟੂ 10 ਦੀ ਪਾਵਰ 9 F ਇਕੁਅਲ ਟੂ 0.000000001 F। ਆਓ ਇਸ ਨੂੰ ਅਮਲ ਵਿੱਚ ਲਿਆਈਏ। ਦੋ ਕੈਪੈਸੀਟਰਾਂ C1 ਅਤੇ C2 ਦੇ ਮੂਲ ਕ੍ਰਮਵਾਰ 2 ਅਤੇ 4 ਮਾਈਕਰੋਫੈਰੇਡਸ ਹੋਣ ਦਿਓ। ਇਹਨਾਂ ਨੂੰ ਸੀਰੀਜ਼ ਵਿੱਚ ਕਨੈਕਟ ਕਰੋ। ਸੀਰੀਜ਼ ਕਨੈਕਟਡ ਕੈਪੈਸੀਟਰਾਂ ਦੀ ਬਰਾਬਰ ਸਮਰੱਥਾ ਦਾ ਪਤਾ ਲਗਾਉਣ ਲਈ ਫਾਰਮੂਲੇ ਵਿੱਚ ਮੂਲਾਂ ਨੂੰ ਬਦਲੋ। C ਇਜ਼ ਇਕੁਅਲ ਟੂ 1/1 ਤਕਸੀਮ C1 ਜਮ੍ਹਾਂ 1 ਤਕਸੀਮ C2। C ਇਜ਼ ਇਕੁਅਲ ਟੂ 1/1 ਤਕਸੀਮ 2 ਜਮ੍ਹਾਂ 1 ਤਕਸੀਮ 4। ਅਸੀਂ ਪ੍ਰਾਪਤ ਕਰਦੇ ਹਾਂ ਕਿ ਕੁੱਲ ਜਾਂ ਬਰਾਬਰ ਸਮਰੱਥਾ ਲਗਭਗ 1.33 ਮਾਈਕਰੋਫੈਰੇਡਸ ਦੇ ਬਰਾਬਰ ਹੈ। ਹੁਣ AC ਵੋਲਟੇਜ ਸਰੋਤ 230 ਵੋਲਟ 50 ਹਰਟਜ਼ ਨੂੰ ਸਰਕਿਟ ਨਾਲ ਜੋੜੋ। ਇੱਕ ਮੂਵਿੰਗ ਆਇਰਨ ਐਮੀਟਰ 0 ਤੋਂ 1 MPS ਅਤੇ ਇੱਕ ਔਨ-ਆਫ ਸਵਿਚ S ਨੂੰ ਸਰਕਿਟ ਦੇ ਨਾਲ ਲੜੀ ਵਿੱਚ ਜੋੜੋ। 0 ਤੋਂ 300 ਵੋਲਟ ਤੱਕ ਦੇ 3 ਮੂਵਿੰਗ ਆਇਰਨ ਵੋਲਟਮੀਟਰ V1 ਅਤੇ V2 ਲਓ। ਕ੍ਰਮਵਾਰ ਕੈਪੈਸੀਟਰ C1 ਅਤੇ C2 ਦੇ ਸਮਾਨਾਂਤਰ V1 ਅਤੇ V2 ਦੇ 10 ਵੋਲਟ ਨੂੰ ਹਰੇਕ ਮਾਪਣ ਲਈ 0 ਤੋਂ 300 ਵੋਲਟ ਤੱਕ ਦੇ ਚੱਲਦੇ ਲੋਹੇ ਦੇ ਵੋਲਟਮੀਟਰਾਂ ਨੂੰ ਕਨੈਕਟ ਕਰੋ। ਸਵਿਚ S ਨੂੰ ਬੰਦ ਕਰੋ। ਦਿੱਤੀ ਗਈ ਸਾਰਣੀ ਵਿੱਚ ਐਮੀਟਰ ਅਤੇ ਵੋਲਟਮੀਟਰਾਂ ਦੇ ਮੁੱਲਾਂ ਨੂੰ ਨੋਟ ਕਰੋ। ਕੈਪੈਸੀਟਰ C1 ਅਤੇ C2 ਨੂੰ ਬਦਲੋ ਜਿਵੇਂ ਕਿ ਗਣਨਾ ਵਿੱਚ ਦਿੱਤਾ ਗਿਆ ਹੈ। ਹੇਠਾਂ ਦਿੱਤੇ ਅਨੁਸਾਰ ਮਾਪੀਆਂ ਰੀਡਿੰਗਾਂ ਦੀ ਪੁਸ਼ਟੀ ਕਰੋ। ਕੈਪੈਸੀਟੈਂਸ ਮਾਈਨਸ ਪ੍ਰਤੀਕਿਰਿਆ XC ਦੇ ਮੁੱਲ ਦੀ ਗਣਨਾ ਕਰੋ। XC ਇਜ਼ ਇਕੁਅਲ ਟੂ 1/2 ਪਾਈ FC। ਪਾਈ ਲਈ 3.14, ਬਾਰੰਬਾਰਤਾ ਲਈ 50 ਹਰਟਜ਼ ਅਤੇ C ਲਈ 1.33 ਮਾਈਕਰੋਫੈਰਡ ਬਦਲੋ, ਕਿਉਂਕਿ ਅਸੀਂ ਪਹਿਲਾਂ ਹੀ ਕੁੱਲ ਸਮਰੱਥਾ ਦੀ ਗਣਨਾ 1.33 ਮਾਈਕਰੋਫੈਰਡ ਵਜੋਂ ਕੀਤੀ ਹੈ। ਇਸ ਲਈ ਸਾਨੂੰ ਸਮਰੱਥਾ ਅਤੇ ਪ੍ਰਤੀਕਿਰਿਆ ਮਿਲਦੀ ਹੈ XC = 2394 ohms।
ਫਾਰਮੂਲੇ ਦੀ ਵਰਤੋਂ ਕਰਕੇ ਮੌਜੂਦਾ ਦੀ ਗਣਨਾ ਕਰੋ। I = V ਵਟਾ XC। I = 240 ਵਟਾ 2394। ਸਾਨੂੰ 0.1 ਐਂਪਸ ਜਾਂ 100 ਮਿਲੀ ਐਂਪਸ ਕਰੰਟ ਮਿਲਦਾ ਹੈ। ਫਾਰਮੂਲੇ ਤੋਂ C1 ਅਤੇ C2 ਵਿੱਚ ਦਿਖਾਈ ਦੇਣ ਵਾਲੀ ਵੋਲਟੇਜ V1 ਅਤੇ V2 ਦੀ ਗਣਨਾ ਕਰੋ। V = I ਗੁਣਾ XC। ਇਸੇ ਤਰ੍ਹਾਂ V1 = I ਗੁਣਾ XC1, V2 = I ਗੁਣਾ XC2। ਸਾਨੂੰ ਪ੍ਰਾਪਤ ਮੁੱਲ ਨੂੰ ਬਦਲਣਾ। V1 = 0.1 ਗੁਣਾ 1592, V1 = 159.2 ਵੋਲਟਸ, V2 = 0.1 ਗੁਣਾ 796, V2 ਗੁਣਾ 79.6 ਵੋਲਟਸ। ਜਦੋਂ ਤੁਸੀਂ V1 ਅਤੇ V2 ਨੂੰ ਜੋੜਦੇ ਹੋ ਤਾਂ ਤੁਹਾਨੂੰ 239 ਵੋਲਟ ਮਿਲਦੇ ਹਨ, ਜੋ ਲਗਭਗ 240 ਵੋਲਟ ਦੀ ਇਨਪੁੱਟ ਵੋਲਟੇਜ ਦੇ ਬਰਾਬਰ ਹੈ। ਯਕੀਨੀ ਬਣਾਓ ਕਿ ਗਣਨਾ ਕੀਤੇ ਮੁੱਲ ਮਾਪੇ ਗਏ ਮੁੱਲਾਂ ਦੇ ਬਰਾਬਰ ਹਨ। ਆਓ ਪੈਰਲਲ ਸਰਕਿਟਾਂ ਦੀ ਚਰਚਾ ਕਰੀਏ। ਕੈਪੈਸੀਟਰ ਦੇ ਇੱਕ ਸਿਰੇ ਨੂੰ ਇਕੱਠੇ ਜੋੜੋ ਅਤੇ ਦੂਜੇ ਨੂੰ ਕੈਪੈਸੀਟਰ ਵਿੱਚ ਸਮਾਨਾਂਤਰ ਕਨੈਕਸ਼ਨ ਬਣਾਉਣ ਲਈ ਇਕੱਠੇ ਕਰੋ। ਜੇਕਰ ਇਹ ਇੱਕ ਪੋਲਰਾਈਜ਼ਡ ਕੈਪੈਸੀਟਰ ਹੈ ਤਾਂ ਕੈਪੈਸੀਟਰਾਂ ਦੇ ਸਾਰੇ ਸਕਾਰਾਤਮਕ ਟਰਮੀਨਲ ਅਤੇ ਕੈਪੈਸੀਟਰਾਂ ਦੇ ਸਾਰੇ ਨਕਾਰਾਤਮਕ ਟਰਮੀਨਲ ਨੂੰ ਇੱਕ ਦੂਜੇ ਨਾਲ ਜੋੜ ਦਿਓ। ਇਹ ਸੁਨਿਸ਼ਚਿਤ ਕਰੋ ਕਿ ਕੈਪੈਸੀਟਰ ਵਿੱਚ ਕੋਈ ਪੋਲੈਰਿਟੀ ਗਲਤ ਤਰੀਕੇ ਨਾਲ ਜੁੜੀ ਨਹੀਂ ਹੈ। ਇੱਕ ਗੈਰ ਪੋਲਰਾਈਜ਼ਡ ਬੈਟਰੀ ਦੇ ਮਾਮਲੇ ਵਿੱਚ ਤੁਸੀਂ ਕਿਸੇ ਵੀ ਦੋ ਪਾਸਿਆਂ ਨੂੰ ਇਕੱਠੇ ਅਤੇ ਦੂਜੇ ਪਾਸੇ ਨੂੰ ਜੋੜ ਸਕਦੇ ਹੋ ਕਿਉਂਕਿ ਉਹਨਾਂ ਵਿੱਚ ਕੋਈ ਪੋਲੈਰਿਟੀ ਨਹੀਂ ਹੈ। ਦੋ ਕੈਪੈਸੀਟਰਾਂ C1 ਅਤੇ C2 ਨੂੰ ਸਮਾਨਾਂਤਰ ਵਿੱਚ ਜੋੜੋ। ਸਮਾਨਾਂਤਰ ਵਿੱਚ ਕੁੱਲ ਜਾਂ ਬਰਾਬਰ ਸਮਰੱਥਾ ਕਨੈਕਟਡ ਕੈਪੈਸੀਟਰਾਂ ਦੀ ਗਣਨਾ ਫਾਰਮੂਲੇ ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ। C = C1 ਜਮ੍ਹਾਂ C2। ਬਸ ਸਾਰੇ ਕੈਪੈਸੀਟਰ ਮੁੱਲ ਜੋੜੋ ਜੋ ਸਮਾਨਾਂਤਰ ਵਿੱਚ ਜੁੜੇ ਹੋਏ ਹਨ। ਮੰਨ ਲਓ ਕਿ C1 ਅਤੇ C2 ਦੇ ਕੈਪੈਸੀਟਰ ਵੈਲਿਊ ਕ੍ਰਮਵਾਰ 2 ਅਤੇ 4 ਮਾਈਕਰੋਫੈਰਡ ਹਨ। ਇਸ ਸਰਕਿਟ ਦੀ ਕੁੱਲ ਸਮਰੱਥਾ 6 ਮਾਈਕਰੋਫੈਰਡਸ ਹੈ। ਸਵਿਚ S ਦੇ ਨਾਲ ਸਰਕਿਟ ਨਾਲ 50 ਹਰਟਜ਼ ਦੀ ਬਾਰੰਬਾਰਤਾ ਵਾਲੇ AC 230 ਵੋਲਟ ਸਰੋਤ ਨੂੰ ਕਨੈਕਟ ਕਰੋ। ਵੋਲਟੇਜ ਸਰੋਤ ਅਤੇ ਕੈਪੈਸੀਟਰ ਸਰਕਿਟ ਦੇ ਵਿਚਕਾਰ ਲੜੀ ਵਿੱਚ 0 ਤੋਂ 1 ਐਂਪੀਅਰ ਤੱਕ ਦੇ ਇੱਕ ਮੂਵਿੰਗ ਆਇਰਨ ਐਮੀਟਰ ਨੂੰ ਜੋੜੋ। ਕੈਪੈਸੀਟਰ ਸਰਕਿਟ ਵਿੱਚ 0 ਤੋਂ 300 ਵੋਲਟ ਤੱਕ ਚੱਲਦੇ ਲੋਹੇ ਦੇ ਵੋਲਟਮੀਟਰ ਨੂੰ ਜੋੜੋ। ਸਵਿਚ S ਨੂੰ ਬੰਦ ਕਰੋ। ਸਾਰਣੀ ਵਿੱਚ ਐਮੀਟਰ ਅਤੇ ਵੋਲਟਮੀਟਰ ਰੀਡਿੰਗਾਂ ਨੂੰ ਨੋਟ ਕਰੋ। ਸਵਿਚ S ਨੂੰ ਖੋਲ੍ਹੋ। ਸਾਰਣੀ ਵਿੱਚ ਦਿੱਤੇ ਅਨੁਸਾਰ ਕੈਪੈਸੀਟਰ C1 ਅਤੇ C2 ਨੂੰ ਵੱਖ-ਵੱਖ ਮੁੱਲਾਂ ਨਾਲ ਬਦਲੋ ਅਤੇ ਉਸੇ ਵਿਧੀ ਦੀ ਪਾਲਣਾ ਕਰਕੇ ਉਹਨਾਂ ਦੀ ਪੁਸ਼ਟੀ ਕਰੋ। ਆਓ ਅਸੀਂ ਗਣਨਾ ਕੀਤੇ ਮੁੱਲਾਂ ਨਾਲ ਮਾਪੇ ਗਏ ਮੁੱਲ ਦੀ ਪੁਸ਼ਟੀ ਕਰੀਏ। ਫਾਰਮੂਲੇ ਦੀ ਵਰਤੋਂ ਕਰਕੇ ਕੈਪੈਸਿਟਿਵ ਪ੍ਰਤੀਕਿਰਿਆ XC ਦੀ ਗਣਨਾ ਕਰੋ। XC = 1 ਡਿਵਾਈਡਡ ਬਾਏ 2 ਗੁਣਾ 3.14 ਗੁਣਾ 50 ਗੁਣਾ 6 ਗੁਣਾ 10 ਦੀ ਪਾਵਰ -6। XC = 530 ohms। ਫਾਰਮੂਲੇ ਦੀ ਵਰਤੋਂ ਕਰਕੇ ਮੌਜੂਦਾ ਦੀ ਗਣਨਾ ਕਰੋ। I = V ਵਟਾ XC। I = 240 ਤਕਸੀਮ 530। ਅਸੀਂ ਇਸ ਨੂੰ 0.45 ਐਂਪਸ ਜਾਂ 450 ਮਿਲੀ ਐਂਪੀਅਰਸ ਦੇ ਰੂਪ ਵਿੱਚ ਪ੍ਰਾਪਤ ਕਰਦੇ ਹਾਂ। ਇਸ ਤੋਂ ਇਹ ਸਪਸ਼ਟ ਹੈ ਕਿ ਜਦੋਂ ਕੈਪੈਸੀਟਰਾਂ ਨੂੰ ਲੜੀ ਵਿੱਚ ਜੋੜਿਆ ਜਾਂਦਾ ਹੈ ਤਾਂ ਪ੍ਰਤੀਕਿਰਿਆ ਵੱਧਦੀ ਹੈ, ਇਸ ਲਈ ਕਰੰਟ ਘਟਦਾ ਹੈ, ਜਦੋਂ ਕਿ ਸਮਾਨਾਂਤਰ ਵਿੱਚ ਪ੍ਰਤੀਕਿਰਿਆ ਘੱਟ ਹੁੰਦੀ ਹੈ, ਇਸ ਲਈ ਮੌਜੂਦਾ ਮੁੱਲ ਵੱਧਦਾ ਹੈ।
ਆਓ ਲੜੀਵਾਰ ਅਤੇ ਸਮਾਨਾਂਤਰ ਸਰਕਿਟਾਂ ਦੇ ਸੰਯੋਗ ਵਿੱਚ ਕੈਪੈਸਿਟਰਾਂ ਦੇ ਸਮੂਹ ਦੀ ਚਰਚਾ ਕਰੀਏ। ਤਿੰਨ ਕੈਪੈਸਿਟਰ ਲਓ ਅਰਥਾਤ C1, C2 ਅਤੇ C3 ਅਤੇ ਉਹਨਾਂ ਦੇ ਮੂਲ ਕ੍ਰਮਵਾਰ 2, 4 ਅਤੇ 6 ਮਾਈਕਰੋਫੈਰਡ ਹੋਣ ਦਿਓ। ਕੈਪੈਸਿਟਰ C2 ਅਤੇ C3 ਨੂੰ ਸਮਾਨਾਂਤਰ ਵਿੱਚ ਕਨੈਕਟ ਕਰੋ। ਕੈਪੈਸਿਟਰ C1 ਨੂੰ ਲੜੀ ਵਿੱਚ ਕੈਪੈਸਿਟਰ C2 ਅਤੇ C3 ਨਾਲ ਕਨੈਕਟ ਕਰੋ ਜਿਵੇਂ ਕਿ ਸਰਕਿਟ ਡਾਇਗਰਾਮ ਵਿੱਚ ਦਿਖਾਇਆ ਗਿਆ ਹੈ। ਹੇਠਾਂ ਦਿੱਤੇ ਫਾਰਮੂਲੇ ਦੀ ਵਰਤੋਂ ਕਰਦੇ ਹੋਏ ਕੁੱਲ ਸਮਰੱਥਾ ਦੀ ਗਣਨਾ ਕਰੋ। ਕੈਪੈਸਿਟਰ C2 ਅਤੇ C3 ਦੇ ਮੁੱਲ ਜੋੜੋ ਕਿਉਂਕਿ ਉਹ ਸਮਾਨਾਂਤਰ ਵਿੱਚ ਜੁੜੇ ਹੋਏ ਹਨ। 4 ਜਮ੍ਹਾਂ 6 10 ਮਾਈਕਰੋਫੈਰਡਸ। ਹੁਣ ਸਰਕਿਟ ਵਿੱਚ ਦੋ ਕੈਪੈਸਿਟਰ 2 ਅਤੇ 10 ਮਾਈਕਰੋਫੈਰਡਸ ਹੁੰਦੇ ਹਨ। ਹੁਣ ਫਾਰਮੂਲੇ ਵਿੱਚ ਮੁੱਲ ਬਦਲੋ। C = 1/1 ਤਕਸੀਮ C1 ਜਮ੍ਹਾਂ 1 ਤਕਸੀਮ C2 ਕਿਉਂਕਿ ਉਹ ਲੜੀ ਵਿੱਚ ਜੁੜੇ ਹੋਏ ਹਨ। C = 1/1 ਤਕਸੀਮ 2 ਜਮ੍ਹਾਂ 1 ਤਕਸੀਮ 10। ਫਿਰ ਕੁੱਲ ਸਮਰੱਥਾ ਦਾ ਮੁੱਲ 1.66 ਮਾਈਕਰੋਫੈਰਡ ਹੈ। ਹੁਣ AC ਵੋਲਟੇਜ ਸਰੋਤ 230 ਵੋਲਟ 50 ਹਰਟਜ਼ ਨੂੰ ਸਰਕਿਟ ਨਾਲ ਜੋੜੋ। ਇੱਕ ਮੂਵਿੰਗ ਆਇਰਨ ਐਮੀਟਰ 0 ਤੋਂ 1 MPS ਅਤੇ ਇੱਕ ਔਨ-ਆਫ ਸਵਿਚ S ਨੂੰ ਸਰਕਿਟ ਦੇ ਨਾਲ ਲੜੀ ਵਿੱਚ ਜੋੜੋ। ਇੱਕ ਵੋਲਟਮੀਟਰ V 0 ਤੋਂ 300 ਵੋਲਟ ਨੂੰ ਸਰਕਿਟ ਦੇ ਸਮਾਨਾਂਤਰ ਵਿੱਚ ਜੋੜੋ। ਹੋਰ ਦੋ ਮੂਵਿੰਗ ਆਇਰਨ ਵੋਲਟਮੀਟਰ V1 V2 ਨੂੰ ਕਨੈਕਟ ਕਰੋ ਹਰੇਕ 0 ਤੋਂ 300 ਵੋਲਟ ਤੱਕ। V1 C1 ਦੇ ਸਮਾਨਾਂਤਰ ਹੈ ਅਤੇ V2 C2 ਅਤੇ C3 ਦੇ ਸਮਾਨਾਂਤਰ ਹੈ ਜਿਵੇਂ ਕਿ ਸਰਕਿਟ ਵਿੱਚ ਦਿਖਾਇਆ ਗਿਆ ਹੈ। ਸਵਿਚ S ਨੂੰ ਬੰਦ ਕਰਕੇ ਸਰਕਿਟ ਨੂੰ ਊਰਜਾਵਾਨ ਕਰੋ। ਸਾਰਣੀ ਵਿੱਚ ਐਮੀਟਰ ਅਤੇ ਵੋਲਟਮੀਟਰ ਰੀਡਿੰਗਾਂ ਨੂੰ ਨੋਟ ਕਰੋ। ਕੈਪੈਸਿਟੈਂਸ ਰਿਐਕਟੈਂਸ XC ਦੇ ਮੁੱਲ ਦੀ ਗਣਨਾ ਕਰੋ। XC = 1/2 ਪਾਈ FC। ਪਾਈ ਲਈ 3.14 ਫ੍ਰੀਕੁਐਂਸੀ ਲਈ 50 ਹਰਟਜ਼ ਅਤੇ C ਲਈ 1.66 ਮਾਈਕਰੋਫੈਰਡਸ ਬਦਲੋ ਕਿਉਂਕਿ ਅਸੀਂ ਪਹਿਲਾਂ ਹੀ ਕੁੱਲ ਕੈਪੈਸਿਟੈਂਸ ਨੂੰ 1.66 ਮਾਈਕਰੋਫੈਰਡਸ ਵਜੋਂ ਗਿਣਿਆ ਹੈ। ਇਸ ਲਈ ਸਾਡੇ ਕੋਲ ਸਮਰੱਥਾ ਅਤੇ ਪ੍ਰਤੀਕਿਰਿਆ ਹੈ XC = 1918 ohms। ਫਾਰਮੂਲੇ ਦੀ ਵਰਤੋਂ ਕਰਕੇ ਮੌਜੂਦਾ ਦੀ ਗਣਨਾ ਕਰੋ। I = V/XC। I = 240/1918। ਸਾਨੂੰ 0.125 ਐਂਪਸ ਜਾਂ 125 ਮਿਲੀ ਐਂਪਸ ਕਰੰਟ ਮਿਲਦਾ ਹੈ। ਫਾਰਮੂਲੇ ਤੋਂ C1 ਅਤੇ C2 ਅਤੇ C3 ਦੇ ਵਿਚਕਾਰ V2 ਦੀ ਵੋਲਟੇਜ ਨੂੰ ਗਣਨਾ ਕਰੋ। V = I/XC। ਇਸੇ ਤਰ੍ਹਾਂ V1 = I/XC1। V2 = I/XC2। XC1 = 1/2 ਪਾਈ F। XC1 = 1/2 3.14 50 2 10 ਦੀ ਪਾਵਰ -6। XC1 = 1592 ohms। XC2 = 1/2 ਪਾਈ F C। XC2 = 1/2 3.14 50 10 ਦੀ ਪਾਵਰ -6। XC2 = 318 ohms। V1 = I/XC1। V1 = 0.125 1592। V1 = 199 ਵੋਲਟ। V2 = I/XC2। V2 = 0.125 318। V2 = 39.5 ਵੋਲਟ।
ਜਦੋਂ ਤੁਸੀਂ V1 ਅਤੇ V2 ਨੂੰ ਜੋੜਦੇ ਹੋ ਤਾਂ ਤੁਹਾਨੂੰ 239 ਵੋਲਟ ਮਿਲਦੇ ਹਨ, ਜੋ ਲਗਭਗ 240 ਵੋਲਟ ਦੀ ਇਨਪੁਟ ਵੋਲਟੇਜ ਦੇ ਬਰਾਬਰ ਹੈ। ਯਕੀਨੀ ਬਣਾਓ ਕਿ ਗਣਨਾ ਕੀਤੇ ਮੁੱਲ ਮਾਪੇ ਗਏ ਮੁੱਲਾਂ ਦੇ ਲਗਭਗ ਬਰਾਬਰ ਹਨ। ਇਸ ਵੀਡੀਓ ਤੋਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਲੋੜਾਂ ਅਨੁਸਾਰ ਲੜੀਵਾਰ ਅਤੇ ਸਮਾਨਾਂਤਰ ਕੈਪੈਸਿਟਰਾਂ ਨੂੰ ਜੋੜ ਸਕਦੇ ਹੋ। ਤੁਹਾਡਾ ਧੰਨਵਾਦ। ਤੁਹਾਡਾ ਦਿਨ ਚੰਗਾ ਰਹੇ।